मॉर्निंग स्टूडेंट्स जी अपना लैसन चल रहा है स्विक्स का सैकिंग द सेंट्रल गवर्नमेंट उस ਆਪਾਂ ਪਾਰਲੀਮੈਂਟ ਦੀਆਂ ਪਾਵਰਸ ਦੇ ਬਾਰੇ ਪੜ੍ਹਿਆ ਸੀ ਤੇ ਅੱਜ ਆਪਾਂ ਪੜਾਂਗੇ ਫੰਕਸ਼ਨਸ ਆਫ ਦਾ ਸਪੀਕਰ ਆਫ ਲੋਕ ਸਭਾ ਦਾ ਸਪੀਕਰ ਹੈ ਜਿਹੜਾ ਉਸਦੇ ਫੰਕਸ਼ਨ ਕੀ ਹੁੰਦੇ ਆ। ਫਰਸਟਲੀ ਹੀ presides over the meeting of Lok Sabha and conduct its business. He generally belong to the majority party but he acts in an impartial manner. ਸਭ ਤੋਂ ਪਹਿਲਾਂ ਤਾਂ ਲੋਕ ਸਭਾ ਦੀਆਂ ਜਿੰਨੀਆਂ ਵੀ ਮੀਟਿੰਗ ਹੁੰਦੀਆਂ ਹੈ ਉਸ ਨੂੰ ਕੌਣ ਪ੍ਰੈਜ਼ਿਡ ਕਰਦਾ, ਉਹਦੀ ਅਗਵਾਈ ਕੌਣ ਕਰਦਾ ਹੈ, ਜਿਹੜਾ ਹੈਗਾ ਇਹ ਆਪਣਾ ਸਪੀਕਰ ਕਰਦਾ ਹੈ ਤੇ ਪਾਰਸ਼ੀਅਲੀ ਮੈਨਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਕੰਮ ਕਰਦਾ ਹੈ। He maintained discipline in the house. He can suspend a member from the house for his misconduct in discipline ਦੇ ਕਰਕੇ misconduct ਦੇ ਕਰਕੇ ਉਹ ਉਸ ਨੂੰ ਹਾਊਸ ਦੇ ਵਿੱਚੋਂ ਕੱਢ ਵੀ ਸਕਦਾ ਹੈ। He decides whether a particular bill is a money bill or ordinary bill. ordinary bill ਆ ਜਾਂ money bill ਆ, ਕਿਹੜੇ ਤਰ੍ਹਾਂ ਦਾ ਬਿੱਲ ਆ ਉਸ ਨੂੰ ਵੀ ਇਹ ਡਿਸਾਈਡ ਕਰਦਾ ਹੈ। If a joint session of both the house of the parliament is summoned by the president, ਜੇਕਰ ਪ੍ਰੈਜ਼ੀਡੈਂਟ ਨੇ ਜਿਹੜੇ ਹੈਗੇ ਆ ਵੀ ਦੋਵੇਂ ਹਾਊਸਸ ਨੂੰ ਬੁਲਾਇਆ ਹੈ ਤਾਂ ਇਟ ਪ੍ਰੈਜ਼ੀਡਸ ਓਵਰ ਦਾ ਮੀਟਿੰਗ ਬਾਈ ਦਾ ਸਪੀਕਰ ਆਫ ਦਾ ਲੋਕ ਸਭਾ। ਹੁਣ ਜੋ ਇਹ ਮੀਟਿੰਗ ਹੋਊਗੀ ਪਾਰਲੀਮੈਂਟ ਦੀ ਉਹ ਕਿਹਦੇ ਦੁਆਰਾ ਪ੍ਰੈਜ਼ੀਡਸ ਹੋਊਗੀ, ਉਹ ਸਪੀਕਰ ਦੇ ਦੁਆਰਾ ਪ੍ਰੈਜ਼ੀਡਸ ਕੀਤੀ ਜਾਊਗੀ, ਅਗਵਾਈ ਕੀਤੀ ਜਾਊਗੀ। ਅੱਗੇ ਆ ਗਿਆ ਵੀ ਇੱਕ ਬਿੱਲ ਹੈ ਜਿਹੜਾ ਹਾਊ ਆ ਬਿੱਲ ਬਿਕਮਸ ਐਨ ਐਕਟ ਇਨ ਦਾ ਇੰਡੀਅਨ ਪਾਰਲੀਮੈਂਟ ਵਿੱਚ ਕਿੰਨੀਆਂ ਸਟੇਜਸ ਦੇ ਥਰੂ ਬਿੱਲ ਨੂੰ ਜਾਣਾ ਪੈਂਦਾ ਹੈ ਤਾਂ ਜੋ ਉਹ ਇੱਕ ਐਕਟ ਆ ਜਿਹੜਾ ਬਣ ਸਕੇ। ਆਰਡੀਨਰੀ ਬਿੱਲ ਮੇ ਬੀ ਇੰਟਰੋਡਿਊਸ ਇਨ ਆਈਦਰ ਹਾਊਸ ਬਾਈ ਐਨੀ ਮਿਨਿਸਟਰ ਔਰ ਅ ਮੈਂਬਰ ਆਫ ਪਾਰਲੀਮੈਂਟ। ਕਿਸੇ ਵੀ ਹਾਊਸ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਲੋਕ ਸਭਾ, ਰਾਜ ਸਭਾ, ਅਤੇ ਉਸ ਤੋਂ ਬਾਅਦ ਇਸ ਨੂੰ ਜਿਹੜੀਆਂ ਹੈਗੀਆਂ 3 ਰੀਡਿੰਗ ਦੇ ਵਿੱਚੋਂ ਲੰਘਣਾ ਪੈਂਦਾ ਹੈ। ਫਸਟ ਰੀਡਿੰਗ ਇਨ ਦਾ ਫਸਟ ਰੀਡਿੰਗ ਓਨਲੀ ਹੈਡਿੰਗ ਐਂਡ ਮੇਨ ਕਲੌਜ਼ ਆਫ ਦਾ ਬਿੱਲ ਆਰ ਰੀਡ। ਮੇਨ ਕਲੌਜ਼ ਰੀਡ ਹੁੰਦੇ ਆ, ਹੈਡਿੰਗ ਜਿਹੜੇ ਹੈਗੇ ਰੀਡ ਹੁੰਦੇ ਆ, ਬਟ ਨੋ ਡਿਸਕਸ਼ਨ ਟੇਕਸ ਪਲੇਸ। ਸੈਕਿੰਡ ਰੀਡਿੰਗ ਆਫ ਦਾ ਸਟੇਜ, ਸੈਕਿੰਡ ਰੀਡਿੰਗ ਦਾ ਬਿੱਲ ਇਜ਼ ਡਿਬੇਟਡ, ਕਲੌਜ਼ ਬਾਈ ਕਲੌਜ਼ ਹੋਏ ਅਤੇ ਡਿਬੇਟ ਹੁੰਦੀ ਆ, ਅਮੈਂਡਮੈਂਟਸ ਹੁੰਦੀਆਂ ਏ। ਇਫ ਦਾ ਮੈਜੋਰਟੀ ਆਫ ਦਾ ਮੈਂਬਰ ਵੋਟ ਇਨ ਇਟਸ ਫੇਵਰ ਦਾ ਬਿੱਲ ਰੈਫਰ ਟੂ ਦਾ ਸਿਲੈਕਟ ਕਮੇਟੀ। ਜੇਕਰ ਬੋਥ ਜਿਹੜੇ ਹੈਗੇ ਆ ਵੀ ਸਾਰੇ ਮੈਂਬਰ ਇਹਦੇ ਫੇਵਰ ਦੇ ਵਿੱਚ ਹੁੰਦੇ ਆ, ਮੈਜੋਰਟੀ ਇਹਦੇ ਫੇਵਰ ਦੇ ਵਿੱਚ ਹੁੰਦੀ ਹੈ ਅਤੇ ਕਮੇਟੀ ਨੂੰ ਅੱਗੇ ਸੈਂਡ ਕੀਤਾ ਜਾਂਦਾ ਹੈ। ਅੱਗੇ ਆ ਗਿਆ ਥਰਡ ਰੀਡਿੰਗ ਦੇ ਵਿੱਚ ਕੀ ਹੁੰਦਾ ਹੈ, ਦਾ ਡਿਬੇਟ ਐਟ ਦਿਸ ਸਟੇਜ ਇਜ਼ ਕਨਫਰਮਡ ਓਨਲੀ ਟੂ ਦਾ ਮੈਟਰ ਆਫ ਦਾ ਬਿੱਲ ਇਜ਼ ਰਿਜੈਕਟਡ ਔਰ ਅਸੈਪਟਡ। ਹੁਣ ਇੱਥੇ ਕੀ ਹੁੰਦਾ ਹੈ, ਥਰਡ ਰੀਡਿੰਗ ਦੇ ਵਿੱਚ ਡਿਬੇਟ ਹੁੰਦੀ ਆ, ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਆ ਵਿਚਾਰ ਚਰਚਾ ਕੀਤੀ ਜਾਂਦੀ ਹੈ ਇਹਦੇ ਮੈਰਿਟਸ ਦੇ ਬਾਰੇ, ਡੀਮੈਰਿਟ ਦੇ ਬਾਰੇ। ਉਸ ਤੋਂ ਬਾਅਦ ਇਹਨੂੰ ਰਿਜੈਕਟ ਜਾਂ ਅਸੈਪਟ ਆ ਜਿਹੜਾ ਉਹ ਥਰਡ ਰੀਡਿੰਗ ਦੇ ਵਿੱਚ ਹੀ ਕੀਤਾ ਜਾਊਗਾ। ਬਿੱਲ ਇਨ ਦਾ ਸੈਕਿੰਡ ਹਾਊਸ, ਜਦੋਂ ਦਾ ਬਿੱਲ ਇਨ ਦਾ ਸੈਕਿੰਡ ਹਾਊਸ ਆਲਸੋ ਪਾਸਿਸ ਥਰੂ ਦਾ ਸੇਮ ਸਟੇਜਸ। ਸੈਕਿੰਡ ਹਾਊਸ ਦੇ ਵਿੱਚ ਬਿੱਲ ਜਾਂਦਾ ਹੈ ਫਸਟ ਹਾਊਸ 'ਚੋਂ ਤਾਂ ਉਹਨੂੰ ਫਿਰ ਇਸੇ ਤਰ੍ਹਾਂ ਦੀਆਂ ਰੀਡਿੰਗ ਦੇ ਵਿੱਚੋਂ ਨਿਕਲਣਾ ਪੈਂਦਾ ਹੈ। ਇਫ ਦਾ ਬਿੱਲ ਇਜ਼ ਪਾਸਡ ਬਾਈ ਦਾ ਸੈਕਿੰਡ ਹਾਊਸ ਇਟ ਇਜ਼ ਰੈਫਰ ਟੂ ਦਾ ਪ੍ਰੈਜ਼ੀਡੈਂਟ ਫੋਰ ਹਿਜ਼ ਅਸੈਸਡ। ਪ੍ਰੈਜ਼ੀਡੈਂਟ ਦੀ ਅਸੈਸਟ ਦੇ ਵਾਸਤੇ ਉਸ ਤੋਂ ਬਾਅਦ ਇਸ ਨੂੰ ਪੇਸ਼ ਕੀਤਾ ਜਾਂਦਾ ਹੈ। ਆਫਟਰ ਗੈਟਿੰਗ ਦਾ ਅਸੈਸਟ ਆਫ ਦਾ ਪ੍ਰੈਜ਼ੀਡੈਂਟ ਇਟ ਬਿਕਮ ਅ ਲਾਅ। ਅਤੇ ਜਦੋਂ ਪ੍ਰੈਜ਼ੀਡੈਂਟ ਇਸ ਨੂੰ ਮਨਜ਼ੂਰੀ ਦੇ ਦਿੰਦਾ ਹੈ ਉਸ ਤੋਂ ਬਾਅਦ ਐਕਟ ਜੋ ਬਿੱਲ ਹੈ ਉਹ ਜਿਹੜਾ ਹੈਗਾ ਇੱਕ ਲਾਅ ਬਣ ਜਾਂਦਾ ਹੈ, ਇੱਕ ਐਕਟ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਰੀਡਿੰਗ ਦੇ ਥਰੂ ਬਿੱਲ ਨੂੰ ਲੰਘਣਾ ਪੈਂਦਾ ਹੈ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਕੈਬਨਿਟ ਅਤੇ ਕਾਊਂਸਲ ਆਫ ਮਿਨਿਸਟਰ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਪ੍ਰਾਈਮ ਮਿਨਿਸਟਰ ਦੋਨੋਂ ਦਾ ਹੈੱਡ ਹੁੰਦਾ ਹੈ, ਕਾਊਂਸਲ ਆਫ ਮਿਨਿਸਟਰ ਦਾ ਵੀ ਅਤੇ ਕੈਬਨਿਟ ਦਾ ਵੀ, ਠੀਕ ਹੈ। ਕਾਊਂਸਲ ਆਫ ਮਿਨਿਸਟਰ ਇਜ਼ ਲਾਰਜ ਇਨ ਸਾਈਜ਼ ਬਟ ਕੈਬਨਿਟ ਸ਼ਾਰਟ। ਕੈਬਨਿਟ ਦੇ ਨਾਲੋਂ ਕਾਊਂਸਲ ਆਫ ਮਿਨਿਸਟਰ ਹੈ ਜਿਹੜੀ ਉਹ ਵੱਡੀ ਹੁੰਦੀ ਹੈ। ਐਂਡ ਦਾ ਕੈਬਨਿਟ ਇਜ਼ ਅ ਪਾਰਟ ਆਫ ਕਾਊਂਸਲ ਆਫ ਮਿਨਿਸਟਰ, ਕਾਊਂਸਲ ਆਫ ਮਿਨਿਸਟਰ ਦਾ ਪਾਰਟ ਹੁੰਦਾ ਹੈ। ਪ੍ਰਾਈਮ ਮਿਨਿਸਟਰ ਦੋਨਾਂ ਦਾ ਹੈੱਡ ਹੁੰਦਾ ਹੈ। ਕਾਊਂਸਲ ਆਫ ਮਿਨਿਸਟਰ ਦੇ ਵਿੱਚ ਕਿਹੜੇ ਕਿਹੜੇ ਮਿਨਿਸਟਰ ਇਨਕਲੂਡ ਹੁੰਦੇ ਆ, ਕੈਬਨਿਟ ਮਿਨਿਸਟਰ ਜਿਵੇਂ ਕਿ ਮਿਨਿਸਟਰ ਆਫ ਸਟੇਟਸ, ਡਿਪਟੀ ਮਿਨਿਸਟਰ, ਪਾਰਲੀਮੈਂਟ ਸੈਕਟਰੀਜ਼, ਮਿਨਿਸਟਰ ਆਫ ਸਟੇਟ ਐਕਸੈਕਟਰਾ। ਈਚ ਕੈਬਨਿਟ ਮਿਨਿਸਟਰ ਹੈਡ ਵਨ ਔਰ ਮੋਰ ਡਿਪਾਰਟਮੈਂਟ। ਹਰੇਕ ਕੈਬਨਿਟ ਮਿਨਿਸਟਰ ਹੈ ਜਿਹੜਾ ਉਹ ਇੱਕ ਜਾਂ ਇੱਕ ਤੋਂ ਵੱਧ ਡਿਪਾਰਟਮੈਂਟ ਦਾ ਹੈੱਡ ਹੁੰਦਾ ਹੈ। ਉਸੇ ਤਰੀਕੇ ਦੇ ਨਾਲ ਹੀ ਬਹੁਤ ਸਾਰੇ ਡਿਪਾਰਟਮੈਂਟ ਦਾ ਚਾਰਜ ਹੁੰਦਾ ਇਹਨਾਂ ਦੇ ਹੱਥ ਵਿੱਚ। ਅਤੇ ਮਿਨਿਸਟਰ ਆਫ ਦਾ ਸਟੇਟ ਆਲਸੋ ਹੈਡ ਸਮ ਡਿਪਾਰਟਮੈਂਟ। ਜੋ ਮਿਨਿਸਟਰ ਹੁੰਦੇ ਆ ਉਹਨਾਂ ਦੇ ਕੋਲ ਵੀ ਡਿਪਾਰਟਮੈਂਟ ਅਲੱਗ-ਅਲੱਗ ਹੁੰਦੇ ਆ, ਬਟ ਦੇ ਆਰ ਨਾਟ ਇੰਟਾਈਟਲ ਟੂ ਪਾਰਟੀਸਪੇਟ ਇਨ ਦਾ ਮੀਟਿੰਗ ਆਫ ਕੈਬਨਿਟ। ਪਰ ਜੋ ਮਿਨਿਸਟਰਸ ਆ ਉਹਨਾਂ ਨੂੰ ਕੈਬਨਿਟ ਦੀਆਂ ਮੀਟਿੰਗ ਦੇ ਵਿੱਚ ਜੋ ਹੈਗੇ ਆ ਵੀ ਉਹ ਹਿੱਸਾ ਨਹੀਂ ਲੈ ਸਕਦੇ ਹੁੰਦੇ। The deputy minister and the minister of the state are invited to the both
ਟੂ ਦਾ ਕੈਬਨਿਟ ਮੀਟਿੰਗਸ ਓਨਲੀ ਵੈਨ ਦੇ ਨੀਡਡ। ਹੁਣ ਇਹਨਾਂ ਦੋਹਾਂ ਨੂੰ ਕੈਬਨਿਟ ਮਿਨਿਸਟਰ ਹੋ ਗਏ, ਸਟੇਟ ਮਿਨਿਸਟਰ ਹੋ ਗਏ, ਇਹਨਾਂ ਨੂੰ ਉਦੋਂ ਹੀ ਬੁਲਾਇਆ ਜਾ ਸਕਦਾ ਹੈ ਜਿਹੜਾ ਹੈਗਾ ਇਹ ਵੀ ਮੀਟਿੰਗ ਦੇ ਵਿੱਚ ਜਦੋਂ ਇਹਨਾਂ ਦੀ ਜ਼ਰੂਰਤ ਹੋ ਸਕਦੀ ਆ। ਦ ਕੈਬਨਿਟ ਮਿਨਿਸਟਰ ਗੈਟ ਹਾਇਰ ਸੈਲਰੀਜ਼। ਹੁਣ ਕੈਬਨਿਟ ਮਿਨਿਸਟਰ ਨੂੰ ਹਾਇਰ ਸੈਲਰੀਜ਼ ਦਿੱਤੀਆਂ ਜਾਂਦੀਆਂ ਹੈ ਅਤੇ ਜੋ ਕਾਊਂਸਲ ਮਿਨਿਸਟਰ ਹੁੰਦੇ ਆ ਉਹਨਾਂ ਦੀਆਂ ਸੈਲਰੀਜ਼ ਥੋੜ੍ਹੀਆਂ ਜਿਹੀਆਂ ਘੱਟ ਹੁੰਦੀਆਂ ਹੈ। ਵੈਨ ਐਵਰ decision are taken by the cabinet all the ministers are to be abide by them। ਜੋ ਵੀ ਜਿਹੜਾ ਹੈਗਾ ਡਿਸੀਜ਼ਨ ਲਏ ਜਾਂਦੇ ਆ ਤਾਂ ਸਾਰੇ ਮਿਨਿਸਟਰਸ ਨੂੰ ਉਹਦੇ ਵਿੱਚ ਅਬਾਈਡ ਕੀਤਾ ਜਾਂਦਾ ਹੈ। all the members of the council of minister are to carry out those decisions। ਤੇ ਹੀ ਉਹ ਸਾਰੇ ਡਿਸੀਜ਼ਨ ਸਾਰੇ ਰਲ ਮਿਲ ਕੇ ਲੈਂਦੇ ਆ। ਨੈਕਸਟ ਟੌਪਿਕ ਆਪਾਂ ਪੜ੍ਹਦੇ ਹਾਂ ਕਿ ਜੋ ਕਾਊਂਸਲ ਆਫ ਮਿਨਿਸਟਰ ਨੇ ਮੰਤਰੀ ਪਰਿਸ਼ਦ ਹੈ ਜਿਹੜੇ ਉਸ ਦੀ ਕਲੈਕਟਿਵ ਰਿਸਪੌਂਸੀਬਿਲਿਟੀ ਕੀ ਹੁੰਦੀ ਹੈ ਅਤੇ ਇੰਡੀਵਿਜੂਅਲ ਰਿਸਪੌਂਸੀਬਿਲਿਟੀ ਕੀ ਹੁੰਦੀ ਆ। ਠੀਕ ਹੈ। ਦ ਕਾਊਂਸਲ ਆਫ ਮਿਨਿਸਟਰ ਇਜ਼ ਕਲੈਕਟਿਵਲੀ ਰਿਸਪੌਂਸੀਬਲ ਟੂ ਦ ਲੋਕ ਸਭਾ। ਸਭ ਤੋਂ ਪਹਿਲਾਂ ਤਾਂ ਇਹ ਲੋਕ ਸਭਾ ਨੂੰ ਕਲੈਕਟਿਵਲੀ ਰਿਸਪੌਂਸੀਬਲ ਹੁੰਦੇ ਆ, ਜਵਾਬਦੇਹ ਹੁੰਦੇ ਆ ਆਪਦੇ ਕੰਮਾਂ ਵਾਸਤੇ, ਆਪਦੇ ਐਕਸ਼ਨਾਂ ਦੇ ਵਾਸਤੇ। ਦ ਮਿਨਿਸਟਰ ਕਮ ਇਨ ਟੂ ਆਫਿਸ ਐਂਡ ਗੋ ਆਊਟ ਆਫ ਇਟ ਐਜ਼ ਅ ਟੀਮ ਦੇ ਤੌਰ 'ਤੇ ਹੀ ਇਹ ਕੰਮ ਕਰਦੇ ਆ। ਪ੍ਰਾਈਮ ਮਿਨਿਸਟਰ ਇਜ਼ ਦਾ ਕੈਪਟਨ ਆਫ ਦਾ ਟੀਮ। ਹੁਣ ਪ੍ਰਾਈਮ ਮਿਨਿਸਟਰ ਹੈ ਜਿਹੜਾ ਉਹ ਕੈਪਟਨ ਹੁੰਦਾ ਇਸ ਦਾ, ਜਿਹਨੂੰ PM ਹੀ ਕਹਿ ਦਿੰਦੇ ਆ। ਹੀ ਪ੍ਰੈਜ਼ੀਡਸ ਓਵਰ ਦਾ ਮੀਟਿੰਗ ਆਫ ਦਾ ਕੈਬਨਿਟ ਔਰ ਦਾ ਹੋਲ ਕਾਊਂਸਲ ਆਫ ਮਿਨਿਸਟਰਸ। ਦੇ ਟੇਕ ਡਿਸੀਜ਼ਨ ਕੋਲੈਕਟਿਵਲੀ ਡਿਸੀਜ਼ਨਸ ਜੋ ਹੈਗੇ ਆ ਬਟ ਇਹ ਲੈਂਦੇ ਆ। ਆਫਟਰ ਡਿਸੀਜ਼ਨ ਆਰ ਅਰਾਈਵਡ ਐਟ ਆਲ ਮੈਂਬਰਸ ਆਫ ਦਾ ਕੈਬਨਿਟ ਆਰ ਇਕੁਅਲੀ ਰਿਸਪੌਂਸੀਬਲ ਆਫ ਇਟ। ਜੋ ਵੀ ਡਿਸੀਜ਼ਨ ਬਣਦੇ ਆ ਸਾਰੇ ਉਹਦੇ ਵਾਸਤੇ ਇਕੁਅਲ ਰਿਸਪੌਂਸੀਬਲ ਹੁੰਦੇ ਆ। ਜੋ ਵੀ ਕਾਊਂਸਲ ਆਫ ਮਿਨਿਸਟਰਸ ਨੇ ਸਾਰੇ ਰਿਸਪੌਂਸੀਬਲ ਹੁੰਦੇ ਆ। ਇਨਕਲੂਡਿੰਗ ਦੋਜ਼ ਹੂ ਮਾਈਟ ਹੈਵ ਆਰਗਿਊਡ ਅਗੇਂਸਟ ਇਟ। ਉਹ ਵੀ ਰਿਸਪੌਂਸੀਬਲ ਹੁੰਦੇ ਆ ਜਿਹੜੇ ਇਹਦੇ ਅਗੇਂਸਟ ਜਿਹੜੇ ਹੈਗੇ ਆਰਗੂਮੈਂਟ ਕਰ ਰਹੇ ਹੁੰਦੇ ਆ। ਮੰਨ ਲਓ ਵੀ ਕੁਛ ਕੁ ਜਿਹੜੇ ਹੈਗੇ ਆ ਹੋ ਸਕਦਾ ਵੀ ਇਸ ਡਿਸੀਜ਼ਨ ਦੇ ਵਿਰੁੱਧ ਹੋਣ ਤਾਂ ਉਹ ਵੀ ਇਹਦੇ ਵਿੱਚ ਸ਼ਾਮਲ ਹੋਣਗੇ। ਇਫ ਆ ਵੋਟ ਆਫ ਨੋਨ ਕੌਨਫੀਡੈਂਸ ਇਜ਼ ਪਾਸਡ। ਜੇਕਰ ਨੋਨ ਕੌਨਫੀਡੈਂਸ ਦੀ ਵੋਟ ਪਾਸ ਹੋਊਗੀ, ਕਿਸੇ ਲੋਕਾਂ ਦੀ ਜੋ ਜਨਤਾ ਦੀ ਨੋਨ ਕੌਨਫੀਡੈਂਸ ਹੋਊਗਾ ਜਾਂ ਜਨਤਾ ਦਾ ਅਵਿਸ਼ਵਾਸ ਦਾ ਮਤਾ ਹੈ ਜਿਹੜਾ ਉਹ ਪਾਸ ਹੋਊਗਾ ਇਨ ਦਾ ਲੋਕ ਸਭਾ ਦਾ ਹੋਲ ਕਾਊਂਸਲ ਆਫ ਮਿਨਿਸਟਰ ਮਸਟ ਰਿਜ਼ਾਈਨ। ਅਤੇ ਸਾਰੀ ਦੀ ਸਾਰੀ ਕਾਊਂਸਲ ਆਫ ਮਿਨਿਸਟਰ ਨੂੰ ਹੀ ਰਿਜ਼ਾਈਨ ਦੇਣਾ ਪਊਗਾ, ਅਸਤੀਫਾ ਦੇਣਾ ਪਊਗਾ। ਦਾ ਮਿਨਿਸਟਰ ਸਿੰਕ ਐਂਡ ਸੇਲ ਟੁਗੈਦਰ। ਹੁਣ ਜਿਹੜੇ ਹੈਗੇ ਆ ਇਕੱਠੇ ਹੀ ਤੈਰਦੇ ਆ ਅਤੇ ਇਕੱਠੇ ਹੀ ਡੁੱਬਦੇ ਆ। ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਕਲੈਕਟਿਵ ਰਿਸਪੌਂਸੀਬਿਲਿਟੀ ਦੇ ਵਿੱਚ ਜਿਹੜਾ ਹੈਗਾ ਵੀ ਇਕੱਠਿਆਂ ਦਾ ਕੰਮ ਹੀ ਹੁੰਦਾ ਹੈ। ਵੈਨ ਐਨੀ ਮਿਨਿਸਟਰ ਇਜ਼ ਕ੍ਰਿਟੀਸਾਈਜ਼ ਇਨ ਦਾ ਪਾਰਲੀਮੈਂਟ ਦ ਅਦਰ ਮੈਂਬਰ ਆਫ ਦਾ ਕਾਊਂਸਲ ਆਫ ਮਿਨਿਸਟਰ ਕਮ ਟੂ ਦਾ ਰੈਸਕਿਊ ਐਂਡ ਸਪੋਰਟ ਦਾ ਐਕਸ਼ਨ ਐਂਡ ਪੋਲਿਸੀ ਆਫ ਦਾ ਮਿਨਿਸਟਰ। ਜੇਕਰ ਪਾਰਲੀਮੈਂਟ ਦੇ ਵਿੱਚ ਕਹਿੰਦੇ ਕਿਸੇ ਇੱਕ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ ਇੱਕ ਦੇ ਕੰਮਾਂ ਨੂੰ, ਤਾਂ ਦੂਸਰੇ ਆ ਕੇ ਉਸ ਨੂੰ ਜਿਹੜਾ ਹੈਗਾ ਬਚਾ ਸਕਦੇ, ਉਹਦੇ ਸਪੋਰਟ ਦੇ ਵਿੱਚ ਐਕਸ਼ਨ ਪੋਲਿਸੀਜ਼ ਆ ਜਿਹੜੀਆਂ ਉਹ ਦੇ ਸਕਦੇ ਆ। ਕਾਊਂਸਲ ਆਫ ਮਿਨਿਸਟਰ ਕੇਮ ਟੂ ਹਿਜ਼ ਰੈਸਕਿਊ। ਉਹਦੀ ਰੈਸਕਿਊ ਦੇ ਵਾਸਤੇ ਉਹ ਆ ਸਕਦੇ ਆ। ਦਾ ਮਿਨਿਸਟਰ ਆਰ ਦਸ ਰਿਸਪੌਂਸੀਬਲ ਟੂ ਦਾ ਪਾਰਲੀਮੈਂਟ ਬੋਥ ਕਲੈਕਟਿਵਲੀ ਐਂਡ ਇੰਡੀਵਿਜੂਅਲਟੀ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜੋ ਮਿਨਿਸਟਰਸ ਨੇ ਉਹ ਕਲੈਕਟਿਵਲੀ ਵੀ ਅਤੇ ਇੰਡੀਵਿਜੂਅਲੀ ਵੀ ਜਿਹੜੇ ਹੈਗੇ ਆ ਪਾਰਲੀਮੈਂਟ ਦੇ ਵਾਸਤੇ ਰਿਸਪੌਂਸੀਬਲ ਹੋਣਗੇ, ਮੰਨੇ ਜਾਣਗੇ।